Hello everyone, welcome to my channel again. Welcome back in this session of mock test 8. ਇਸ ਵੀਡੀਓ ਦੇ ਵਿੱਚ ਅਸੀਂ ਰੀਪਰੋਡਕਟਿਵ ਹੈਲਥ ਦੇ ਬਾਰੇ ਕਰਾਂਗੇ। ਅਸੀਂ ਹਿਊਮਨ ਰੀਪਰੋਡਕਸ਼ਨ ਦਾ ਜੋ ਯੂਨਿਟ ਸੀ 10+2 NCERT ਦਾ ਉਹ ਅੱਜ ਅਸੀਂ ਉਹਦੇ ਕੰਪਲੀਟ ਕਰ ਲਏ ਨੇ। ਇਸ ਮੋਕ ਟੈਸਟ ਦੇ ਥਰੂ ਸਾਰੇ ਕੰਪਲੀਟ ਹੋ ਜਾਣਗੇ। ਨਾਲ ਹੀ ਜੋ ਪਿਛਲੇ ਮੋਕ ਟੈਸਟ ਸੀ ਉਹਦੇ ਵਿੱਚ ਅਸੀਂ ਇੱਕ ਐਵੋਲੂਸ਼ਨ ਦਾ ਵੀ ਚੈਪਟਰ ਦਾ ਮੋਕ ਟੈਸਟ ਲਿਆ ਸੀ ਤੇ ਨਾਲ ਹੀ ਅਸੀਂ ਚੈਪਟਰ +1 ਦਾ ਜੋ ਯੂਨਿਟ 1 ਹੈ ਉਹਦੇ ਲਿਵਿੰਗ ਬਰਡ ਬਾਇਓਲੋਜੀਕਲ ਕਲਾਸੀਫਿਕੇਸ਼ਨ ਐਨੀਮਲ ਕਿੰਗਡਮ ਐਂਡ ਪਲਾਂਟ ਕਿੰਗਡਮ ਇਹਦੇ ਮੋਕ ਟੈਸਟ ਕੰਡਕਟ ਕਰ ਲਏ ਸੀ ਤੇ ਹੋਪਫੁਲੀ ਹੁਣ ਅਸੀਂ ਜਿਹੜੇ ਮੋਕ ਟੈਸਟ ਕੱਲ ਤੋਂ ਕਰਾਂਗੇ ਉਹਦੇ ਵਿੱਚ ਅਸੀਂ ਕਰਾਂਗੇ ਮਾਰਫੋਲੋਜੀ ਆਫ ਫਲੋਰਿੰਗ ਪਲਾਂਟ ਦਾ, ਅਨੋਟਮੀ ਦਾ ਤੇ ਐਨੀਮਲ ਟਿਸ਼ੂ ਦਾ। तो इस तरह ਅਸੀਂ ਨਾਲੋਂ ਨਾਲ ਕਵਰ ਕਰਾਂਗੇ +1 ਐਂਡ +2 ਦਾ ਵੀ ਤੁਹਾਡਾ ਸਿਲੇਬਸ ਕਵਰ ਹੋ ਜਾਏਗਾ। ਸੋ ਤੁਹਾਡਾ ਐਕਟਿਵ ਪਾਰਟਿਸਿਪੇਸ਼ਨ ਜਿਹੜਾ ਇਟ ਇਜ਼ ਮੋਟੀਵੇਸ਼ਨ ਫਾਰ ਮੀ, ਐਕਟੀਵੇਟ ਹੋਵੋ, ਨਾਲ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਨੂੰ ਜੋੜੋ so that we can get advantage best. So my motive is to prepare your preparation best in the way. So let's start. First here we have the population explosion and birth control. Question number 193 तक ਅਸੀਂ ਕਰ ਲਿਆ ਸੀ। Next we have 194. Female infanticide is commonly reported from. ਬੱਚਿਆਂ ਦਾ ਜੋ ਕੰਨਿਆ ਭਰੂਣ ਹੱਤਿਆ ਹੈ ਜ਼ਿਆਦਾ ਕਿੱਥੇ ਹੈ? उजालमपाती, मदुराई, कन्याकुमारी, राजस्थान. Next is oral contraceptive pill help in birth control by killing sperm, killing ova, preventing ovulation, forming barrier between sperm and ova. ਜਿਹੜੀ ਕੰਟਰਸੈਪਟਿਕ ਪਿਲਸ ਹੁੰਦੀਆਂ ਨੇ ਉਹਦਾ ਕੀ ਰੋਲ ਹੈ, ਕਿਆ ਕੰਮ ਕਰਦੀਆਂ ਨੇ? ਰਿਪਲਾਈ ਫਾਸਟ। ਇਹ ਟੌਪਿਕ ਅਸੀਂ ਕੀਤਾ ਹੈ NCERT ਰਿਪਰੋਡਕਟਿਵ ਹੈਲਥ ਦਾ। ਸਹੇਲੀ oral contraceptive for female, surgical sterilization method for female, diaphragm for female and diaphragm by male। बहुत ही ਜ਼ਰੂਰੀ ਹੈ। ਜੇ ਤੁਸੀਂ TV 'ਚ ਐਡ ਦੇਖੀ ਹੋਏਗੀ you can easily answer, very easy question. So reply fast question number 194, 95, 196 I am waiting for your. Next, match the correct contraceptive method: tubectomy, oral pills, diaphragm, IUD. Here are the mode given: makes the uterus unsuitable for implantation, inhibition ovulation and implantation, spermicidal and increase phagocytosis of sperm within uterus, block gamete transfer. So ਇਹਦੇ ਵਿੱਚੋਂ ਕਿਹੜਾ ਕੁਐਸਚਨ ਵੈਸਟ ਹੈ? ਰਿਪਲਾਈ ਕਰੋ ਇਹਨਾਂ ਦੇ ਆਨਸਰ ਕਰੈਕਟਲੀ ਮੈਚ ਕਰਕੇ। ਕਰੈਕਟਲੀ ਮੈਚ ਕਿਹੜਾ ਹੈ? ਸਾਹਮਣੇ ਦਿੱਤਾ ਹੋਇਆ ਹੈ, ਸਿਰਫ ਇੱਕ ਹੀ ਮੈਚ ਸਹੀ ਹੈ, ਬਾਕੀ ਸਾਰੇ ਗਲਤ ਹੈ। ਨੈਕਸਟ ਇਜ਼ CUT, ਕਾਪਰ ਟੀ ਐਗ। ਇਟ ਇਜ਼ intrauterine device. From following mentioned statement select the option that correctly define CU. ਕਾਪਰ ਦਾ ਕੀ ਰੋਲ ਹੈ, ਕਿਹੜਾ ਨੂੰ ਡਿਫਾਈਨ ਕਰਦਾ ਹੈ? Sisu ion make the uterus unsuitable for implantation. Copper ion suppress the sperm motility and fertilizing capacity of sperm. Copper ion make cervix hostile to sperm. All of these. ਸੋ ਇਹ ਵੀ ਅਸੀਂ ਕੁਐਸਚਨ ਕੀਤਾ ਹੋਇਆ ਹੈ, ਕਾਪਰ ਕਿਉਂ ਯੂਜ਼ ਕੀਤਾ ਜਾਂਦਾ ਇਹਦੇ ਵਿੱਚ। ਹਾਰਮੋਨ that are injected once every 3 months and release slowly prevent ovulation. ਇਹ ਵੀ ਇੱਕ ਮੈਥਡ ਹੈ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਦਾ। ਇਹਦੇ ਵਿੱਚ ਅਸੀਂ ਮੈਡੀਸਨਸ ਇੰਜੈਕਟ ਕਰਦੇ ਹਾਂ, 3 ਮੰਥ ਤੱਕ ਉਹ ਐਕਟਿਵ ਹੁੰਦਾ ਹੈ। ਇੰਜੈਕਸ਼ਨ ਦੀ ਜੋ ਮੈਡੀਸਨ ਹੈ ਇਹਨੂੰ ਕੀ ਕਹਿੰਦੇ ਨੇ? ਡੈਪੋ ਮਿਡਰੋਕਸੀ ਪ੍ਰੋਜੈਸਟਰੋਨ ਐਸੀਟੇਟ, ਡਿੰਪਾ, ਸਟਿਲਵੈਸਟਰੋਲ, ਨੋਨ ਐਥਿਓਸਟੀਰੋਨ, ਇੰਟੇਟ, ਨੈਟੈਂਟ, ਬੋਥ A and C। ਸੋ ਡਿੰਪਾ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੋਇਆ ਸੀ। ਤੋ ਇਹ ਸਰਕਾਰੀ ਹਸਪੀਟਲਾਂ ਦੇ ਬਾਅਦ ਇਹਦਾ ਕਾਫੀ ਬੋਰਡ ਲੱਗਿਆ ਹੁੰਦਾ ਹੈ, ਜੇ ਤੁਸੀਂ ਧਿਆਨ ਦੇ ਨਾਲ ਦੇਖੋ ਤਾਂ ਤੁਹਾਨੂੰ ਇਹਦਾ ਆਨਸਰ ਮਿਲ ਜਾਏਗਾ। ਰਿਪਲਾਈ ਫਾਸਟ ਕੁਐਸਚਨ ਨੰਬਰ 199। ਸੋ ਇਹ ਕੁਐਸਚਨ ਕਾਫੀ ਜ਼ਿਆਦਾ ਅਰਾਈਜ਼ ਹੁੰਦਾ ਹੈ ਕੰਪੀਟੀਟਿਵ 'ਚ। ਵਿਚ ਆਫ ਫੋਲੋਇੰਗ ਇਜ਼ ਅ ਮੈਥਡ ਫਾਰ ਬਰਥ ਕੰਟਰੋਲ? IUD, ਗਿਫਟ, HTF, IVF, ET। ਇੱਕ ਹੀ ਮੈਥਡ ਹੈ ਜਿਹਨਾਂ ਬਰਥ ਕੰਟਰੋਲ ਹੁੰਦਾ ਹੈ। ਮੇ ਵੀ ਤੁਸੀਂ ਪਿਛਲੇ ਕੁਐਸਚਨਾਂ ਤੋਂ ਆਈਡੀਆ ਲੈ ਲਿਆ ਹੋਵੇਗਾ। ਵਿਚ ਆਫ ਫੋਲੋਇੰਗ ਇਜ਼ ਅ ਮਕੈਨੀਕਲ ਬੈਰੀਅਰ ਯੂਜ਼ ਇਨ ਦਾ ਬਰਥ ਕੰਟਰੋਲ? ਮਕੈਨੀਕਲ ਬੈਰੀਅਰ ਕੋਈ ਡਿਵਾਈਸ ਹੈ ਇਹਨਾਂ ਵਿੱਚੋਂ ਜਿਹੜਾ ਬਰਥ ਕੰਟਰੋਲ ਕਰਦਾ? ਲੂਪ, ਡੈਲਕੋਨ ਸ਼ੀਲਡ, ਕਾਪਰ ਟੀ, ਡਾਇਆਫ੍ਰਾਮ। ਨੈਕਸਟ ਇਜ਼ ਦਾ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ।
ਵਿਚ ऑफ द फॉलोइंग टाइम पीरियड ਪ੍ਰੈਗਨੈਂਸੀ ਕੰਸੀਡਰ ਸੇਫ ਫਾਰ MTP। ਮੈਡੀਕਲੀ ਕਿੱਦਾਂ ਅਸੀਂ ਭਰੂਣ ਨੂੰ ਖਤਮ ਕਰ ਸਕਦੇ ਹਾਂ, ਜੇ ਅਸੀਂ ਖਤਮ ਕਰਨਾ ਹੋਵੇ ਕਿੰਨਾ ਵੀਕ ਵੈਸਟ ਹੈ ਜਾਂ ਕਿੰਨੇ ਵੀਕ ਬਾਅਦ ਖਤਰਾ ਹੋ ਜਾਂਦਾ ਹੈ। 20th ਵੀਕ, 32 ਵੀਕ, 18 ਵੀਕ, 12th ਵੀਕ। ਇਹ ਵੀ ਅਸੀਂ ਡਿਸਕਸ ਕੀਤਾ ਹੋਇਆ ਹੈ ਕੁਐਸਚਨ NCERT ਦੇ ਵਿੱਚ। ਨੈਕਸਟ ਇਜ਼ ਰੀਡ ਦਾ ਫੋਲੋਇੰਗ ਸਟੇਟਮੈਂਟ ਐਂਡ ਕਰੈਕਟ ਸਿਲੈਕਟ ਦਾ ਇਨਕਰੈਕਟ ਵਨ। ਇਹਨਾਂ ਸਟੇਟਮੈਂਟਸ ਵਿੱਚੋਂ ਜਿਹੜੀ ਗਲਤ ਹੈ ਉਹ ਦੱਸੋ। ਗੌਰਮੈਂਟ ਆਫ ਇੰਡੀਆ ਲੀਗਲਾਈਜ਼ MTP in 1971 with some condition to avoid its misuse. Second trimester abortion are more riskier. MTP are essential in certain cases where the continuation of pregnancy could be harmful either to fetus or to mother to both. None of these. ਇਹਨਾਂ ਵਿੱਚ ਇੱਕ ਸਟੇਟਮੈਂਟ ਗਲਤ ਹੈ ਜਾਂ ਕੋਈ ਵੀ ਗਲਤ ਨਹੀਂ ਹੈ, ਆਨਸਰ ਦਿਓ। थैंक्स फॉर योर रिप्लाई। नेक्स्ट क्वेश्चन नंबर 204। विच ऑफ द फॉलोइंग स्टेटमेंट इज इनकरेक्ट रिगार्डिंग द मेडिकल टर्मिनेशन ऑफ प्रेगनेंसी। दिस हेल्प इन गेटिंग रेड ऑफ अनवांटेड प्रेगनेंसी। दिस हेल्प इन अवॉइडिंग द प्रेगनेंसी विच मे बी हार्मफुल आइदर टू मदर और फीटस। These contribute in decreasing the human population. None of these। ਇਹਨਾਂ ਵਿੱਚੋਂ ਗਲਤ ਸਟੇਟਮੈਂਟ ਕਿਹੜੀ ਹੈ MTP ਦੇ ਨਾਲ ਰਿਗਾਰਡ। ਰਿਪਲਾਈ ਮੀ ਫਾਸਟ, ਆਈ ਐਮ ਵੇਟਿੰਗ ਫॉर इट। नेक्स्ट इज स्टेटमेंट क्वेश्चन। Statement 1, MTP is considered relatively safe during the first trimester. Fetus become intimately associated with the maternal tissue after first trimester. Both statement correct. 2 is correct explanation of 1. Both statement correct, but 2 is not correct explanation of 1. Statement 1 correct, second incorrect, both are incorrect. So statement ਨੂੰ ਧਿਆਨ ਦੇ ਨਾਲ ਪੜ੍ਹੋ ਤੇ ਨਾਲ ਹੀ ਆਪਸ਼ਨ ਦੇਖੋ ਇਹ 'ਚ ਕਰਨਾ ਕੀ ਹੈ। ਸੋ ਫਰੈਂਡ ਇਹ ਵੀ ਇੱਕ ਬਹੁਤ ਵੱਡੀ ਮਿਸਟੇਕ ਕਰਦੇ ਹਾਂ ਅਸੀਂ ਐਗਜ਼ਾਮ ਅਟੈਂਪਟ ਕਰਨ ਦੇ ਵਿੱਚ। ਕਈ ਵਾਰ ਟਰਮ ਨੋਟ ਲਿਖੀ ਹੁੰਦੀ ਹੈ ਤਾਂ ਅਸੀਂ ਨੋਟ ਨੂੰ ਇਗਨੋਰ ਕਰਕੇ ਜਿਹੜਾ ਆਪਸ਼ਨ ਬਣਦਾ ਉਹੀ ਦੇ ਦਿੰਦੇ ਹਾਂ। ਯਾਨੀ ਡੈਫੀਨੇਸ਼ਨ ਦਾ ਜੋ ਆਨਸਰ ਅਸੀਂ ਉਹਨੂੰ ਦਿਮਾਗ 'ਚ ਰੱਖਦੇ ਹਾਂ, ਨੋਟ ਨਹੀਂ ਲਿਖਦੇ ਤਾਂ ਅਸੀਂ ਡੈਫੀਨੇਸ਼ਨ ਦਾ ਆਨਸਰ ਦੇ ਦਿੰਦੇ ਹਾਂ, ਵੀ ਸਾਡਾ ਕੁਐਸਚਨ ਗਲਤ ਹੋ ਜਾਂਦਾ। ਸੋ ਇਹ ਵੀ ਆਈਡੀਆ ਦਿਮਾਗ ਦੇ ਵਿੱਚ ਰੱਖਣਾ। ਤਾਂ ਜਦੋਂ ਸਟੇਟਮੈਂਟ ਦਾ ਕੁਐਸਚਨ ਆ ਗਿਆ, ਸਟੇਟਮੈਂਟ ਤਾਂ ਚਲੋ ਬੇਸਿਕਲੀ ਆਏਗੀ ਨਹੀਂ, ਬਟ ਇਹ ਵੀ ਤੁਹਾਨੂੰ ਹੈਲਪ ਕਰੇਗਾ, MCQ ਹੀ ਇੱਕ ਤਰ੍ਹਾਂ ਦਾ। ਤਾਂ ਇਹਦੇ ਵਿੱਚ ਤੁਸੀਂ ਪਹਿਲੇ ਧਿਆਨ ਦੇ ਨਾਲ ਪੜ੍ਹਨਾ ਅਤੇ ਆਪਸ਼ਨ ਵੀ ਦੇਖਣਾ ਹੈ, ਆਪਸ਼ਨ ਦੇ ਵਿੱਚ ਹੈ ਕੀ ਹੈ। ਤਾਂ ਆਪਸ਼ਨ ਦੇਖ ਕੇ ਹੀ ਕਰਨਾ ਹੈ, ਕੋਈ ਨਾ ਕਾਹਲੀ ਵਾਲਾ ਕੰਮ ਨਹੀਂ ਹੈ। ਇੱਕ ਮਾਰਕਸ ਇਜ਼ ਵੈਰੀ ਇੰਪੋਰਟੈਂਟ ਫਾਰ ਯੂਰ ਸਿਲੈਕਸ਼ਨ, ਈਚ ਐਂਡ ਐਵਰੀ ਮਾਰਕਸ। ਸੋ ਥੈਂਕਸ ਫਾਰ ਰਿਪਲਾਈਂਗ ਕੁਐਸਚਨ ਨੰਬਰ 205। ਨੈਕਸਟ ਇਜ਼ STDs ਦੇ ਨਾਲ ਰਿਲੇਟਡ ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼। ਵਿਚ ਆਫ ਦ ਫੋਲੋਇੰਗ ਇਜ਼ ਕਰੈਕਟ ਰਿਗਾਰਡਿੰਗ HIV। ਹੈਪੇਟਾਈਟਸ, V gonorrhea, trichoniasis। Trichoniasis is STD whereas other are not. Gonorrhea is a viral disease whereas other are bacteria. HIV is a pathogen whereas other are disease. Hepatitis B eradicated completely whereas other are not. ਇਹ ਜੋ ਬਿਮਾਰੀਆਂ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ, ਉਹਦੇ ਵਿੱਚ ਰਿਪਰੋਡਕਟਿਵ ਹੈਲਥ ਦੇ ਵਿੱਚ STDs ਦਾ ਇੱਕ ਵੀਡੀਓ ਵੈਸੇ ਵੀ ਪਾਇਆ ਸੀ, ਅਮੀਨੋ ਡੈਫੀਸ਼ੈਂਸੀ ਐਂਡ STD, ਉਹਦੇ ਵਿੱਚ ਤੁਹਾਨੂੰ ਡਿਟੇਲ ਮਿਲ ਜਾਏਗੀ। ਅਤੇ ਇਹਦੇ ਵਿੱਚ ਤੁਸੀਂ ਦੱਸੋ ਕਿਹੜਾ ਆਨਸਰ ਬਣਦਾ ਹੈ ਕਰੈਕਟ। ਰਿਪਲਾਈ ਫਾਸਟ ਫਰੈਂਡਸ। ਨੈਕਸਟ ਇਜ਼ HIV was reported first time in USA, ਨਾਈਜੀਰੀਆ, ਘਾਨਾ, ਇੰਡੀਆ। ਪਹਿਲਾ ਕੇਸ ਕਿਹੜੇ ਦੇਸ਼ ਦੇ ਵਿੱਚ HIV ਦਾ ਹੋਇਆ ਸੀ। ਨੈਕਸਟ ਇਜ਼ ਇਹ ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ ਸਿੰਪਟਾਈਜ਼ ਬਾਈ ਡਿਵੈਲਪਮੈਂਟ ਆਫ ਚਾਂਸ ਔਨ ਜੈਨੀਟਲ ਇਜ਼ ਕੋਜ਼ ਬਾਈ ਦ ਇਨਫੈਕਸ਼ਨ। ਚੈਨਰਸ ਇੱਕ ਇਨਫੈਕਸ਼ਨ ਹੈ, ਜੈਨੀਟਲ 'ਤੇ ਹੋ ਜਾਂਦੀ ਹੈ, ਕੌਣ ਕਾਰਨ ਉਹਦਾ। ਟ੍ਰੀਪੋਮੀਆ ਪੈਲਿਡਮ, ਨਾਈਜੀਰੀਆ, ਗੋਨੇਰੀਏ, human immunodeficiency virus, hepatitis B virus। give me answer if you know it। friends don't google here। मैं एक गल दसना चाहांगा, गूगल ते सर्च करके आंसर कदे नहीं देने, गलत हो रही है कोई चक्कर नहीं है। we have to prepare, we have to improve ourselves। so comprehensive book ਨੂੰ study करो। if you don't have any book then go to the Google। believe in PDF, believe in printed media, don't go to Google if you have other sources। this is my best suggestion। so Google ਜੋ ਹੈ ਤੁਹਾਡਾ ਦਿਮਾਗ ਉਹ ਇੱਕ ਹੈਂਡੀਕੈਪ ਕਰ ਰਿਹਾ, ਤੁਹਾਡੀ ਥਿੰਕਿੰਗ ਅਬਿਲਿਟੀ, ਤੁਹਾਡੀ ਜਿਹੜੀ ਕੰਕਰੀਟ ਜੋ ਤੁਹਾਡੀ ਅਬਿਲਿਟੀ ਆ ਖਤਮ ਹੋ ਰਹੀ ਹੈ, ਇਸ ਲਈ Google 'ਤੇ ਘੱਟ ਧਿਆਨ ਦਿਓ। ਵਿਚ ਵਨ ਆਫ ਦਾ ਫੋਲੋਇੰਗ ਗਰੁੱਪ ਇਨਕਲੂਡ ਆਲ ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼। ਏਡਸ, ਸਿਪਲਿਸ, ਕੋਲਰਾ, HIV, ਮਲੇਰੀਆ, ਟ੍ਰਾਈਕੋਮੋਨੀਆਸਿਸ, ਗੋਨੇਰੀਆ, ਹੈਪੇਟਾਈਟਸ B, ਕਲਮੈਡੀਆਸਿਸ, ਹੈਪੇਟਾਈਟਸ B, ਹੀਮੋਫੀਲੀਆ, ਏਡਸ। ਸਹੀ ਕਿਹੜੀ STDs ਦਾ ਕੰਬੀਨੇਸ਼ਨ ਹੈ। ਗਿਵ ਮੀ ਆਨਸਰ। ਇਹ ਵੀ ਅਸੀਂ ਕੀਤਾ ਹੋਇਆ NCERT 'ਚ। ਨੈਕਸਟ ਇਹਦਾ ਇਨਫਰਟੀਲਿਟੀ। ਇਨਫਰਟੀਲਿਟੀ ਹੈ ਵਾਂਝਪਨ।
ਕਰੈਕਟਲੀ ਮੈਚ ਇਹਦੇ ਵਿੱਚੋਂ ਜਿਹੜਾ ਦੱਸੋ। ਜਾਈਗੋਟ ਇੰਟਰਾਫਲੋਪੀਨ ਟਰਾਂਸਪੋਰਟ, embryo with more than 8 blastomera are transferred into fallopian tube. Intrauterine transfer, zygote or early embryo are 8 blastomera transferred into uterus. Gamete intrafallopian transfer, sperm and ovum are transferred into fallopian tube. Intracytoplasmic sperm injection, sperm collected artificially is injected into uterus. सही कॉम्बीनेशन एक ही है। काइंडली गिव मी आंसर। ये भी असी कीता है, सारियां टेक्निक्स डिटेल दे विच पढ़ियां होईयां ने। थैंक्स। नैक्सट इज असिस्टेड रिप्रोडक्टिव टेक्निक ART। इच की हुंदा है? इंक्लूड सोशल अवेयरनेस प्रोग्राम टू एजुकेट पीपल अबाउट द रिप्रोडक्टिव हेल्थ एंड डिजीज। इंक्लूड द रिसर्च ऑर्गेनाइजेशन वर्क ऑन प्रोड्यूस न्यू बेबी मोर एफिशिएंट कॉन्ट्रासेप्टिव और बर्थ कंट्रोल। इंक्लूड नंबर ऑफ स्पेशल टेक्निक विच असिस्ट द इनफर्टाइल कपल टू हैव चिल्ड्रन और B&C। ART टेक्निक्स ध्यान दे नाल पढ़ो दोस्तों, सिंपल क्वेश्चन है। Thanks for replying me. Next is gift in bold transfer of a mixture of sperm and ovum in uterus, embryo in uterus, mixture of sperm and ovum in fallopian tube, zygote in fallopian tube। यदि फुल फॉर्म पहले देख लो, पता चल जाएगा। Thanks. Which of following is wrongly matched? IUI, semen collected from husband or donor, is artificially introduced into either into vagina or into uterus. Gift transfer of embryo with more than 8 blastomer into fallopian tube. ICSI, sperm directly injected into ovum. Gift transfer of embryo up to 8 blastomere into fallopian tube। ये एक गलत स्टेटमेंट है, काइंडली आंसर करो। थैंक एवरीवन। Which of the following statement is correct with reference to test tube baby? Fertilization of egg is completely outside body. Fertilized egg is then placed into womb of mother where the gestation completed. Fertilization of egg is completed in female genital tract. It is then taken out, grown in the last test tube. Prematurely born baby is reared in incubator. Fertilization of egg and growth of embryo is completed in a large test tube। सही केड़ा है? test tube baby, in vitro fertilization जिन्हों कहते हैं। Reply fast friends, I am waiting for your answer। Thank you very much. Next is which of these can be used to cure infertility in couple where the male partner has low sperm count? ਜਦੋਂ ਪੁਰਸ਼ਾਂ ਦੇ ਵਿੱਚ ਸ਼ੁਕਰਾਣੂਆਂ ਦੀ ਕਮੀ ਹੋ ਜਾਂਦੀ ਹੈ ਤੇ ਕਿਹੜਾ ਮੈਥਡ ਵਧੀਆ ਹੈ? IUD, ਗਿਫਟ, IUI, none of these। ਇਹਦੇ ਤੁਹਾਨੂੰ ਫੁੱਲ ਫਾਰਮ ਪਹਿਲੇ ਆਣੇ ਚਾਹੀਦੇ ਨੇ, then you can answer। Next and the last, detection of fetal disorder during early pregnancy। Fetal sex can be determined by examining cell from the amniotic fluid by looking for ਐਮੈਨੋਸਾइटोसिस ਚ ਅਸੀਂ ਐਮਨੀਓਨ ਦਾ ਸੈੱਲ ਲੈ ਲੈਂਦੇ ਹਾਂ। ਉਹਦੇ 'ਚ ਕੀ ਕੀਤਾ ਜਾਂਦਾ, ਕਿਹੜੀ ਟੈਕਨੀਕ ਨਾਲ ਸੈਕਸ ਪਤਾ ਚੱਲਦਾ? ਕੈਜ਼ਮੈਟਾ, ਕਨਾਟੋਕੋਰ, ਬਾਰ ਬੋਡੀ, ऑटोसोम। गिव मी आंसर फ्रेंड, I am waiting। Next is in the amniocytosis the fluid is taken from fluid surrounding fetus, fetal blood, mother blood, body fluid of the mother। Question number 217, give me answer। Thank you। Next is amniocytosis used in detection heart disease, brain disease, hereditary disease or embryo, all of these। क्यों की जाती है amniocytosis? ਇਹਦੇ ਵਿੱਚ ਕੀ ਪਤਾ ਚੱਲਦਾ ਹੈ? सो ये तुसी क्वेश्चन नंबर 216 ਨੂੰ ਪੜ੍ਹਿਆ ਹੈ ਤੇ 218 ਦਾ ਆਨਸਰ ਵੀ ਇਹਦੇ ਨਾਲ ਹੀ ਮਿਲਦਾ ਚੱਲਦਾ ਹੈ। नेक्स्ट, which one is not invasive technique in genetic counseling? Amniocytosis, coron biopsy, fetal blood sampling and ultrasonography। ਇਨਵੇਜ਼ ਨਹੀਂ ਕੀਤਾ ਜਾਂਦਾ ਇਹਦੇ ਵਿੱਚ, ਕੋਈ ਨੀਡਲ ਕੋਈ ਸਕੈਪੂਲਾ ਦੇ ਨਾਲ ਨਹੀਂ ਕੀਤਾ ਜਾਂਦਾ। ਕਰੋਨਿਕ ਬਾਇਓਪਸੀ ਨੂੰ CBS ਕਹਿੰਦੇ ਨੇ, ਕਰੋਨਿਕ ਬਿਲਰ ਸੈਂਪਲਿੰਗ, ਇਹ ਤੁਹਾਨੂੰ ਦੱਸਿਆ ਹੋਇਆ। ਥੈਂਕਸ ਫॉर ਰਿਪਲਾਈਂਗ। ਐਟ ਦ ਲਾਸਟ ਬਟ ਨੋਟ ਲੀਸਟ, read the following statement, select incorrect। Fetoscopy is technique in which the needle thin tube containing a viewing scope is inserted into uterus। Chronic villus sampling can be performed early between 8th and 10th week of pregnancy। Amniocentesis is based on chromosomal pattern in amniotic fluid surrounding the developing embryo, none of these। ਇਹਦੇ ਵਿੱਚੋਂ ਗਲਤ ਟੈਕਨੀਕ ਕਿਹੜੀ ਹੈ? ਜਾਂ ਸਾਰੀਆਂ ਸਹੀ ਹੈ? ਜੇ ਸਾਰੀਆਂ ਸਹੀ ਤਾਂ ਆਪਸ਼ਨ ਡੀ ਆਏਗਾ, ਜੇ ਇਹਨਾਂ 'ਚ ਕੋਈ ਆਨਸਰ ਹੈ ਤਾਂ ਪਹਿਲੇ ਤਿੰਨਾਂ 'ਚ ਕੋਈ ਆਪਸ਼ਨ ਆਏਗਾ। ਸੋ ਥੈਂਕ ਯੂ ਵੈਰੀ ਮਚ ਫਰੈਂਡਸ, ਤੁਹਾਡੀ ਕੋਆਪਰੇਸ਼ਨ ਦੇ ਨਾਲ ਅਸੀਂ ਯੂਨਿਟ ਜੋ 1 ਹੈ
10+2 ਦਾ ਉਹ ਕਵਰ ਕਰ ਲਿਆ। ਅਸੀਂ 10+2 ਲੈ ਕੇ ਨਹੀਂ ਚਲਾਂਗੇ, ਇਟ ਇਜ਼ ਅਪ ਟੂ ਦਾ ਗ੍ਰੈਜੂਏਸ਼ਨ ਐਂਡ ਮਾਸਟਰ ਲੈਵਲ। ਰੀਪਰੋਡਕਸ਼ਨ ਵੀ ਹੈਵ ਡਨ ਐਫੀਸ਼ੀਐਂਟਲੀ। ਉਹਦੇ ਜੋ ਕੁਐਸਚਨਸ ਨੇ ਦੇ ਆਰ ਨੋਟ ਸੋ ਈਜ਼ੀ, ਤੁਸੀਂ ਦੇਖਿਆ ਹੋਏਗਾ। ਸੋ ਥੈਂਕਸ ਫਾਰ ਪਾਰਟਿਸਿਪੇਟਿੰਗ। ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਮੌਕ ਟੈਸਟ ਨਾਲ ਜੁੜੇ ਰਹੋ। ਜੇ ਕੋਈ ਫਰੈਂਡ ਮੌਕ ਟੈਸਟ ਪਲਾਨ ਲੈਣਾ ਚਾਹੁੰਦਾ ਹੈ ਤਾਂ 1500 'ਚ ਲੈ ਸਕਦਾ ਹੈ, ਮਟੀਰੀਅਲ ਮਿਲ ਜਾਏਗਾ ਤੁਹਾਨੂੰ। ਥੈਂਕ ਯੂ ਵੈਰੀ ਮਚ ਐਂਡ ਗੁੱਡ ਲੱਕ ਫॉर ਯੂ।